ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੜਕਦੇ ਬੋਲ ਪ੍ਰੋਗਰਾਮ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਦਾ ਸਾਡਾ ਦਰਦ ਹੈ 328 ਸਰੂਪ ਕਿੱਥੇ ਹਨ। ਮਿਤੀ 17/7/2020 ਨੂੰ ਅਕਾਲ ਤਖਤ ਸਾਹਿਬ ਸਕੱਤਰੇਤ ਦੇ ਪੱਤਰ ਨੰਬਰ ਆੜਾ 3/2020 ਰਾਹੀਂ 267 ਪਾਵਨ ਸਰੂਪ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚੋਂ ਘਟ ਗਏ। ਇਹਨਾਂ ਸਰੂਪਾਂ ਨੂੰ ਲੱਭਣ ਹਿੱਤ ਇਸ ਪੱਤਰ ਰਾਹੀਂ ਡਾਕਟਰ ਈਸਰ ਸਿੰਘ ਜੀ ਜੋ ਵਕੀਲ ਸਨ ਅਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਰਿਟਾਇਰ ਜੱਜ ਸਾਹਿਬਾ ਬੀਬੀ ਨਵੀਤਾ ਸਿੰਘ ਨੂੰ ਜ਼ਿੰਮੇਵਾਰੀ ਲਾਈ ਗਈ, ਪਰ ਬੀਬੀ ਜੀ ਨੇ ਸ਼ਾਇਦ ਇਸ ਗੁਨਾਹ ਨੂੰ ਭਾਂਪ ਲਿਆ ਤੇ ਉਹਨਾਂ ਨੇ ਇਸ ਤਫਤੀਸ਼ ਰਾਹੀਂ ਭਵਿੱਖ 'ਚ ਪੈਣ ਵਾਲੇ ਸਿਆਸੀ ਦਬਾਅ ਨੂੰ ਸਮਝਦਿਆਂ ਇਹ ਜਾਂਚ ਕਰਨ ਤੋਂ ਅਸਮਰੱਥਾ ਜ਼ਾਹਰ ਕੀਤੀ। ਫਿਰ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਵੱਲੋਂ ਮਿਤੀ 30/7/2020 ਨੂੰ ਇੱਕ ਪੱਤਰ ਰਾਹੀਂ ਇਕੱਲੇ ਹੀ ਈਸ਼ਰ ਸਿੰਘ ਜੀ ਨੂੰ ਇਹ ਜ਼ਿੰਮੇਵਾਰੀ ਸੌਂਪਦਿਆਂ 1 ਮਹੀਨੇ ਦੇ ਅੰਦਰ ਅੰਦਰ ਜਾਂਚ ਰਿਪੋਰਟ ਪੇਸ਼ ਕਰਨ ਦੀ ਬੇਨਤੀ ਕੀਤੀ। ਇਸ ਸੰਗੀਨ ਜੁਰਮ ਦੀ ਜਾਂਚ ਮਾਹਿਜ਼ 24 ਦਿਨਾਂ 'ਚ ਪੂਰੀ ਕਰਕੇ ਇੱਕ ਜਾਂਚ ਰਿਪੋਰਟ ਜੋ ਕਿ 1117 ਸਫ਼ਿਆਂ ਦੀ ਹੈ, ਮਿਤੀ 23/8/2020 ਨੂੰ ਅਕਾਲ ਤਖਤ ਸਾਹਿਬ ਸਕੱਤਰੇਤ ਨੂੰ ਸੌਂਪ ਦਿੱਤੀ ਗਈ। ਇਸ ਜਾਂਚ ਨੇ ਸਾਬਤ ਕਰ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦਾ ਹਾਲ ਬਦ ਤੋਂ ਬਦਤਰ ਹੈ, ਉਹ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਤੇ। ਇਸ ਰਿਪੋਰਟ ਵਿੱਚ ਸਫ਼ਾ ਨੰਬਰ 3 ਤੇ ਸਾਫ਼ ਲਿਖਿਆ ਹੈ ਕਿ ਐਸੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਜਿੱਥੇ ਤਿਆਰ ਹੁੰਦੇ ਹੋਣ, ਇਸ ਵਿਭਾਗ ਨੂੰ ਜੋ ਵਿਸ਼ੇਸ਼ਤਾਈ ਜੋ ਸਤਿਕਾਰ ਦੇਣਾ ਚਾਹੀਦਾ ਸੀ ਉਹ ਨਹੀਂ ਦਿੱਤਾ ਗਿਆ। ਸੰਸਥਾ ਦੇ ਉੱਚ ਅਧਿਕਾਰੀਆਂ ਨੇ ਅੱਜ ਤੱਕ ਇਸ ਪਾਵਨ ਵਿਭਾਗ ਪ੍ਰਤੀ ਬਣਦੀ ਤਵੱਜੋ ਹੀ ਨਹੀਂ ਦਿੱਤੀ। ਇਸ ਰਿਪੋਰਟ ਨੇ ਇਹ ਵੀ ਸਾਬਤ ਕਰ ਦਿੱਤਾ ਕਿ ਘੱਟ ਸਰੂਪਾਂ ਦੀ ਗਿਣਤੀ 267 ਨਹੀਂ ਬਲਕਿ 328 ਹੈ। ਇਹ ਰਿਪੋਰਟ 55 ਬੰਦਿਆਂ ਦੇ ਬਿਆਨਾਂ ਤੇ ਆਧਾਰਿਤ ਹੈ। ਇਸ ਰਿਪੋਰਟ ਵਿੱਚ ਸਫ਼ਾ ਨੰਬਰ 156 ਤੇ ਦਰਜ ਹੈ ਕਿ 2012 ਤੋਂ ਲੈ ਕੇ 2020 ਤੱਕ ਅਣਅਧਿਕਾਰਤ 12,67,472 ਵੱਧ ਅੰਗ ਜਿਲਤ ਸਾਜ਼ਾਂ ਨੂੰ ਦਿੱਤੇ ਗਏ, ਜਿਨ੍ਹਾਂ ਦੀ ਵਾਪਸੀ ਦਾ ਕੋਈ ਰਿਕਾਰਡ ਨਹੀਂ ਹੈ। ਇੰਨੀ ਜ਼ਿਆਦਾ ਗਿਣਤੀ 'ਚ ਵਾਧੂ ਪਾਵਨ ਅੰਗਾਂ ਦਾ ਛਾਪਣਾ ਸੰਸਥਾ ਦਾ ਵਿੱਤੀ ਨੁਕਸਾਨ ਹੀ ਨਹੀਂ ਬਲਕਿ ਘੋਰ ਅਪਰਾਧ ਵੀ ਹੈ। ਇਸ ਰਿਪੋਰਟ ਵਿੱਚ ਸਫ਼ਾ ਨੰਬਰ 159 ਤੇ ਲਿਖਿਆ ਹੈ ਕਿ ਜਦੋਂ ਉੱਥੇ ਹੋਰ ਮੌਜੂਦ ਵਾਧੂ ਅੰਗਾਂ ਦੀ ਗਿਣਤੀ ਕਰਵਾਈ ਗਈ, ਉਹ 9,92,896 ਸੀ, ਜਿਨ੍ਹਾਂ ਵਿੱਚ 7,93,608 ਅੰਗ ਨਵੀਂ ਵੇਲ ਵਾਲੇ ਸਨ, ਭਾਵ ਨਵੇਂ ਸਰੂਪ ਸਨ। ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਇਹ ਤਾਂ ਉਹ ਗਿਣਤੀਆਂ ਹਨ ਜੋ ਮੌਜੂਦਾ ਪ੍ਰਬੰਧ ਦੀਆਂ ਪ੍ਰਤੱਖਦਰਸ਼ੀ ਪਾਵਨ ਅੰਗਾਂ ਦੀਆਂ ਹਨ। ਇਸ ਤੋਂ ਪਹਿਲਾਂ ਕਿੰਨੇ ਪਾਵਨ ਸਰੂਪ ਚੋਰੀ ਛਾਪ ਕੇ ਵੇਚੇ ਗਏ, ਇਸ ਦਾ ਕੋਈ ਵੇਰਵਾ ਇਸ ਰਿਪੋਰਟ ਵਿੱਚ ਮੌਜੂਦ ਨਹੀਂ ਹੈ। ਹੁਣ ਸਵਾਲ ਇਹ ਹੈ ਕਿ ਇਹਨਾਂ ਪਾਵਨ ਅੰਗਾਂ ਨਾਲ ਬਣੇ ਸਰੂਪ ਕਿੱਥੇ ਹਨ, ਕਿਸ ਨੂੰ ਵੇਚੇ ਗਏ, ਕਿਸ ਨੇ ਵੇਚੇ, ਇਹ ਪੈਸੇ ਕਿਸ ਕਿਸ ਨੇ ਖਾਧੇ, ਇਹਨਾਂ ਪਾਵਨ ਸਰੂਪਾਂ ਨੂੰ ਲੱਗੀ ਛਿਹਾਈ ਕਿਸ ਨੇ ਖਾਧੀ, ਇਹਨਾਂ ਪਾਵਨ ਸਰੂਪਾਂ ਨੂੰ ਲੱਗੇ ਮਹਿੰਗੇ ਕਾਗਜ਼ ਦੇ ਪੈਸੇ ਕਿਸ ਖਾਤੇ 'ਚ ਪਾਏ। ਬਾਦਲ ਪਰਿਵਾਰ ਦਾ ਲਾਇਆ 10 ਲੱਖ ਵਾਲਾ ਕੋਹਲੀ ਸੀਏ ਇੰਨੇ ਸਾਲ ਕੀ ਕਰਦਾ ਰਿਹਾ, ਜਾਂ ਇਹ ਸਰੂਪ ਬੇਅਦਬੀਆਂ ਕਰਨ ਵਾਲਿਆਂ ਨੇ ਪਹਿਲਾਂ ਹੀ ਖਰੀਦ ਲਏ ਤਾਂ ਕਿ ਭਵਿੱਖ ਵਿੱਚ ਸਿੱਖ ਪੰਥ ਨੂੰ ਇੱਥੇ ਹੀ ਉਲਝਾ ਲਿਆ ਜਾਵੇ ਤੇ ਸਿੱਖ ਪੰਥ ਕਦੀ ਆਪਣੇ ਹੱਕਾਂ ਦੀ ਰਾਖੀ ਕਰਨ ਜੋਗਾ ਹੀ ਨਾ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾੜੇ ਪ੍ਰਬੰਧਕਾਂ ਦਾ ਇੱਕ ਘਿਨਾਉਣਾ ਚਿਹਰਾ ਉਦੋਂ ਤੋਂ ਉਜਾਗਰ ਹੋਣਾ ਸ਼ੁਰੂ ਹੋਇਆ ਜਦੋਂ ਮਿਤੀ 19/5/2016 ਨੂੰ ਗੁਰਦੁਆਰਾ ਰਾਮਸਰ ਸਾਹਿਬ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਛਾਪ ਕੇ ਸੁਸ਼ੋਭਿਤ ਹੁੰਦੇ ਹਨ, ਉਸ ਕਮਰੇ ਵਿੱਚ ਅੱਗ ਲੱਗ ਗਈ। ਜਿਸ ਕਮਰੇ 'ਚ ਗੁਰੂ ਸਾਹਿਬ ਜੀ ਦੇ ਸਰੂਪ ਪਏ ਸਨ, ਇਹਨਾਂ ਸਰੂਪਾਂ ਦੀ ਗਿਣਤੀ ਪ੍ਰਤੱਖਦਰਸ਼ੀ 80 ਦੇ ਕਰੀਬ ਦੱਸ ਰਹੇ ਹਨ ਤੇ ਸ਼੍ਰੋਮਣੀ ਕਮੇਟੀ ਨੇ 5 ਸਰੂਪ ਹੀ ਦੱਸੇ। ਸ਼ੱਕ ਉਦੋਂ ਹੋਰ ਵਧੀ ਜਦੋਂ ਇਹਨਾਂ ਸਰੂਪਾਂ ਦਾ ਸੰਸਕਾਰ ਜੋ ਗੁਰਦੁਆਰਾ ਗੋਇੰਦਵਾਲ ਸਾਹਿਬ ਵਿਖੇ ਕੀਤਾ ਗਿਆ, ਉੱਥੇ ਦੇ ਕਿਸੇ ਵੀ ਰਜਿਸਟਰ 'ਚ ਇਹਨਾਂ ਸਰੂਪਾਂ ਬਾਰੇ ਕੋਈ ਵੀ ਵੇਰਵਾ ਦਰਜ ਹੀ ਨਹੀਂ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੇ ਗੁਨਾਹ ਲੁਕਾਉਣ ਲਈ ਕੋਈ ਪੁਲਿਸ ਰਿਪੋਰਟ ਵੀ ਨਹੀਂ ਕੀਤੀ।
ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਜੁਝਾਰ ਟਾਈਮਜ਼ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋਣ। ਫੇਸਬੁੱਕ ਯੂਜ਼ਰ ਜੁਝਾਰ ਟਾਈਮ ਪੇਜ ਲਾਈਕ ਕਰੋ। ਫਿਰ ਜਦੋਂ ਪਬਲੀਕੇਸ਼ਨ ਵਿਭਾਗ ਦਾ ਕਮਲਜੀਤ ਸਿੰਘ ਜੋ ਸਹਾਇਕ ਸੁਪਰਵਾਈਜ਼ਰ ਸੀ ਮਿਤੀ 31/5/2020 ਨੂੰ ਰਿਟਾਇਰ ਹੋਇਆ ਤਾਂ ਇਹ ਪਾਵਨ ਸਰੂਪਾਂ ਵਾਲਾ ਮਾਮਲਾ ਜੱਗ ਜ਼ਾਹਰ ਹੋਣਾ ਸ਼ੁਰੂ ਹੋ ਗਿਆ। ਜਿਉਂ ਹੀ ਕਮਲਜੀਤ ਸਿੰਘ ਦੀ ਰਿਟਾਇਰਮੈਂਟ ਦੇ ਫੰਡ ਰੁਕੇ ਤਾਂ ਪਾਵਨ ਸਰੂਪ ਜੋ ਕੱਚੀਆਂ ਪਰਚੀਆਂ ਤੇ ਚੋਰੀ ਵੇਚਣ ਦਾ ਮਾਮਲਾ ਸੀ ਉਹ ਸਾਹਮਣੇ ਆ ਗਿਆ। ਇਸ ਵਿੱਚ ਸਰਬਜੀਤ ਸਿੰਘ ਵੇਰਕਾ ਜੋ ਪੇਸ਼ੇ ਵਜੋਂ ਵਕੀਲ ਹਨ ਉਹਨਾਂ ਨੇ ਆਪਣੇ ਤੌਰ ਤੇ ਵੀ ਜਾਂਚ ਕੀਤੀ ਤੇ ਇਸ ਜਾਂਚ ਕਮੇਟੀ ਨੂੰ ਵੀ ਆਪਣੇ ਬਿਆਨ ਦਿੱਤੇ ਤਾਂ ਕਿ ਪਾਵਨ ਸਰੂਪ ਚੋਰੀ ਵੇਚਣ ਵਾਲੇ ਦੋਸ਼ੀ ਜੇਲ੍ਹਾਂ ਵਿੱਚ ਸੁੱਟੇ ਜਾ ਸਕਣ। ਇਹ ਜਾਂਚ ਰਿਪੋਰਟ ਦੱਸਦੀ ਹੈ ਕਿ ਦੋਸ਼ੀ ਆਪਣੇ ਹੀ ਜਾਂਚ ਅਧਿਕਾਰੀਆਂ ਦੀ ਜਾਂਚ ਵਾਲੇ ਸਵਾਲਾਂ ਤੋਂ ਭੱਜੇ ਹਨ। ਇਹ ਜਾਂਚ ਰਿਪੋਰਟ ਦੱਸਦੀ ਹੈ ਕਿ ਕੁਲਦੀਪ ਸਿੰਘ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਇੰਸਪੈਕਟਰ ਸੀ ਉਸਨੇ ਸਵਾਲ ਪੁੱਛੇ ਜਿਨ੍ਹਾਂ ਦਾ ਦੋਸ਼ੀ ਅਧਿਕਾਰੀਆਂ ਕੋਲ ਕੋਈ ਜਵਾਬ ਨਹੀਂ ਸੀ। ਉਹਨਾਂ ਨੇ ਤਾਂ ਇਹ ਕਹਿ ਦਿੱਤਾ ਕਿ ਜੇ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ ਤਾਂ ਅਸੀਂ ਤਾਂ ਸਾਰੇ ਫਸ ਜਾਵਾਂਗੇ। ਇਹ ਗੱਲ ਰਿਪੋਰਟ ਵਿੱਚ ਬਿਲਕੁਲ ਦਰਜ ਹੈ। ਇਹ ਪਾਵਨ ਸਰੂਪਾਂ ਦਾ ਮਾਮਲਾ ਸਿਰਫ 328 ਸਰੂਪਾਂ ਦਾ ਨਹੀਂ ਹੈ ਬਲਕਿ ਹਜ਼ਾਰਾਂ ਹੀ ਸਰੂਪਾਂ ਦੇ ਵੇਚੇ ਜਾਣ ਦਾ ਖਦਸ਼ਾ ਹੈ। ਇਸੇ ਕਰਕੇ ਹੀ ਸ਼ਾਇਦ ਉਸ ਵਕਤ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਜੀ ਵਿਦੇਸ਼ ਦੌੜ ਗਏ ਜੋ ਅੱਜ ਤੱਕ ਤੇ ਵਾਪਸ ਨਹੀਂ ਆਏ। ਉਹਨਾਂ ਨੇ ਆਪਣਾ ਅਸਤੀਫਾ ਵੀ ਈਮੇਲ ਰਾਹੀਂ ਹੀ ਫੇਸਬੁੱਕ ਤੇ ਧਮਕੀ ਦੇ ਕੇ ਮਨਜ਼ੂਰ ਕਰਵਾ ਲਿਆ ਤੇ ਮਨਜ਼ੂਰ ਕਰਵਾ ਕੇ ਆਪਣੇ ਸਾਰੇ ਫੰਡ ਵੀ ਲੈ ਗਏ। ਹੁਣ ਸ਼੍ਰੋਮਣੀ ਕਮੇਟੀ ਨੇ ਉਹਨਾਂ ਦਾ ਕੋਈ ਪੈਸਾ ਨਹੀਂ ਦੇਣਾ, ਭਾਵ ਉਹ ਭੱਜ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵਕਤ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਜਾਂਚ ਰਿਪੋਰਟ ਤੋਂ ਤੁਰੰਤ ਬਾਅਦ ਮਿਤੀ 27/8/2020 ਨੂੰ ਮਤਾ ਨੰਬਰ 466 ਦੀ ਪ੍ਰੈਸ ਕਾਨਫਰੰਸ ਕਰਕੇ ਆਪਣੇ 11 ਅਧਿਕਾਰੀਆਂ ਨੂੰ ਜਿੱਥੇ ਦੋਸ਼ੀ ਕਰਾਰ ਦਿੱਤਾ ਉੱਥੇ ਹੀ ਇਹਨਾਂ ਵਿੱਚੋਂ ਕੁਝ ਦੋਸ਼ੀਆਂ ਤੇ ਫੌਜਦਾਰੀ ਮੁਕੱਦਮਾ ਦਰਜ ਕਰਨ ਲਈ ਇਹ ਮਤਾ ਵੀ ਪਾਸ ਕਰ ਦਿੱਤਾ ਤੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ। ਆਓ ਸੁਣਦੇ ਹਾਂ ਉਹ ਪ੍ਰੈਸ ਕਾਨਫਰੰਸ। ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਠੇ ਮਾਮਲੇ ਨੂੰ ਜਾਂਚ ਕਰਨ ਸੰਬੰਧੀ ਔਰ ਸਮੁੱਚੀ ਅੰਤਰ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜਾਂਚ ਕਮਿਸ਼ਨ ਦੇ ਮੁਖੀ ਡਾਕਟਰ ਈਸ਼ਰ ਸਿੰਘ ਐਡਵੋਕੇਟ, ਬੀਬੀ ਹਰਪ੍ਰੀਤ ਕੌਰ ਐਡਵੋਕੇਟ, ਬੀਬੀ ਹਰਲੀਨ ਕੌਰ ਸੀਏ ਦਾ ਉਚੇਚੇ ਤੌਰ ਤੇ ਡੂੰਘਾਈ ਨਾਲ ਜਾਂਚ ਕਰਨ ਵਾਸਤੇ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਅਤੇ ਇਸ ਦਾ ਮੁੱਖ ਉਦੇਸ਼ ਗੁਰਦੁਆਰਾ ਸਾਹਿਬਾਨ ਦੀ ਸਮੁੱਚੀ ਦੇਖਭਾਲ, ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਨ ਅਤੇ ਸਮੁੱਚੀ ਮਾਨਵਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸਰਬ ਸਾਂਝੀ ਬਾਲਤਾ ਦੇ ਉਦੇਸ਼ ਨੂੰ ਪੁੱਜਦਾ ਕਰਨਾ ਹੈ। ਅਜਿਹਾ ਤਾਂ ਹੀ ਹੋ ਸਕਦਾ ਹੈ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਮੈਂਬਰ, ਅਧਿਕਾਰੀ, ਕਰਮਚਾਰੀ ਅਤੇ ਸੰਸਥਾ ਨਾਲ ਜੁੜਿਆ ਹਰ ਵਿਅਕਤੀ ਆਪਣੇ ਫਰਜ਼ਾਂ ਅਤੇ ਅਧਿਕਾਰਾਂ ਦੀ ਪਹਿਚਾਣ ਕਰੇ। ਮੌਜੂਦਾ ਮਸਲੇ ਨੇ ਸਾਨੂੰ ਸਾਰਿਆਂ ਨੂੰ ਆਪੋ ਆਪਣੀ ਸਵੈ ਪੜਚੋਲ ਕਰਨ ਤੇ ਫਰਜ਼ਾਂ ਤੇ ਅਧਿਕਾਰਾਂ ਪ੍ਰਤੀ ਚੇਤੰਨ ਹੋਣ ਵਾਸਤੇ ਝੰਜੋੜਿਆ ਹੈ। ਸੰਸਥਾ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਗੁਰੂ ਸਾਹਿਬਾਨ ਤੇ ਗੁਰੂ ਘਰ ਦੀ ਸੇਵਾ ਵਿੱਚ ਕੁਤਾਹੀ ਕਰਨ ਵਾਲੇ ਕਿਸੇ ਵੀ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਸਰਬਸੰਮਤੀ ਨਾਲ ਜਾਂਚ ਰਿਪੋਰਟ ਅਨੁਸਾਰ ਹੇਠ ਲਿਖੇ ਫੈਸਲੇ ਜਿਹੜੇ ਨੇ ਉਹ ਲਏ ਗਏ ਨੇ। ਸਰਦਾਰ ਕਮਲਜੀਤ ਸਿੰਘ ਜੀ CGL ਸਹਾਇਕ ਸੁਪਰਵਾਈਜ਼ਰ ਜੋ ਪਹਿਲਾਂ ਸੇਵਾ ਮੁਕਤ ਹੋ ਚੁੱਕਾ ਹੈ, ਇਹਨਾਂ ਦੇ ਫੰਡ ਰਿਲੀਜ਼ ਕਰਨ ਤੋਂ ਤੁਰੰਤ ਰੋਕ ਲਗਾਈ ਜਾਂਦੀ ਹੈ ਤਾਂ ਜੋ ਬਣਦੀ ਰਿਕਵਰੀ ਕੀਤੀ ਜਾ ਸਕੇ ਅਤੇ ਰਿਕਾਰਡ ਵਿੱਚ ਹੇਰਾਫੇਰੀ, ਖੁਰਦ-ਬੁਰਦ, ਧੋਖਾਧੜੀ ਦਾ ਫੌਜਦਾਰੀ ਪਰਚਾ ਦਰਜ ਕਰਵਾਇਆ ਜਾਵੇਗਾ। ਬਾਜ ਸਿੰਘ ਕਲਰਕ ਇਹਨਾਂ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ। ਇਸ ਦੇ ਖਿਲਾਫ ਸਰਦਾਰ ਕਮਲਜੀਤ ਸਿੰਘ ਦੇ ਨਾਲ ਫੌਜਦਾਰੀ ਦਾ ਪਰਚਾ ਦਰਜ ਕਰਵਾਇਆ ਜਾਵੇਗਾ। ਸਰਦਾਰ ਗੁਰਬਚਨ ਸਿੰਘ ਮੀਤ ਸਕੱਤਰ ਇਹਨਾਂ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ
ਅਤੇ ਉਪਰੋਕਤ ਦੋਨਾਂ ਸਮੇਤ ਫੌਜਦਾਰੀ ਦਾ ਪਰਚਾ ਦਰਜ ਕਰਵਾਇਆ ਜਾਵੇਗਾ। ਦਲਵੀਰ ਸਿੰਘ ਹੈਲਪਰ ਇਹਨਾਂ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ। ਇਹਨਾਂ ਤਿੰਨਾਂ ਸਮੇਤ ਫੌਜਦਾਰੀ ਦਾ ਪਰਚਾ ਦਰਜ ਕਰਵਾਇਆ ਜਾਵੇਗਾ। ਕੁਲਵੰਤ ਸਿੰਘ ਜਿਲਦਸਾਜ, ਸਰਦਾਰ ਜਸਪ੍ਰੀਤ ਸਿੰਘ ਜਿਲਦਸਾਜ, ਇਹਨਾਂ ਦਾ ਜਿਲਦਾਂ ਦਾ ਠੇਕਾ ਤੁਰੰਤ ਰੱਦ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਬਲੈਕ ਲਿਸਟ ਕੀਤਾ ਜਾਂਦਾ ਹੈ। ਸਤਿੰਦਰ ਸਿੰਘ ਮੀਤ ਸਕੱਤਰ ਫਾਈਨਾਂਸ, ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਸਰਦਾਰ ਨਿਸ਼ਾਨ ਸਿੰਘ ਮੀਤ ਸਕੱਤਰ, ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਸਰਦਾਰ ਮਨਜੀਤ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ, ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਡਾਕਟਰ ਰੂਪ ਸਿੰਘ ਜੀ ਮੁੱਖ ਸਕੱਤਰ, ਇਹਨਾਂ ਵੱਲੋਂ ਆਪਣੇ ਅਹੁਦੇ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਜੋ ਪ੍ਰਵਾਨ ਕੀਤਾ ਜਾਂਦਾ ਹੈ। ਇਹਨਾਂ ਉੱਤੇ ਵਿਭਾਗੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ। ਸਰਦਾਰ ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ, ਇਹ ਅਹੁਦੇ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਮਰੱਥ ਰਹੇ। ਇਹਨਾਂ ਦਾ ਹੇਠਲੇ ਕਰਮਚਾਰੀਆਂ ਵੱਲੋਂ ਰਿਕਾਰਡ ਵਿੱਚ ਤੋੜ ਮੋੜ ਕਰਨ ਦਾ ਪਤਾ ਲੱਗਣ ਦੇ ਬਾਵਜੂਦ ਕੋਈ ਐਕਸ਼ਨ ਨਾ ਲੈਣਾ ਮੁਲਾਜ਼ਮਾਂ ਨਾਲ ਮਿਲੀ ਭੁਗਤ ਦਾ ਸੰਕੇਤ ਦਿੰਦਾ ਹੈ। ਉਂਝ ਵੀ ਸੰਸਥਾ ਦਾ ਮੁੱਖ ਪ੍ਰਸ਼ਾਸਕ ਹੋਣ ਕਰਕੇ ਜ਼ਿੰਮੇਵਾਰ ਹੈ। ਇਹਨਾਂ ਦੇ ਖਿਲਾਫ ਜਿਹੜੀ ਹੈ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਤਿੰਦਰ ਸਿੰਘ ਕੋਹਲੀ, ਚਾਰਟਰਡ ਅਕਾਊਂਟ, SS ਕੋਹਲੀ ਐਂਡ ਐਸੋਸੀਏਟਸ, ਇਹਨਾਂ ਦੀਆਂ ਸੇਵਾਵਾਂ ਤੁਰੰਤ ਖਤਮ ਕੀਤੀਆਂ ਜਾਂਦੀਆਂ ਹਨ ਅਤੇ ਜਾਂਚ ਕਮਿਸ਼ਨ ਵੱਲੋਂ ਇਸ ਖਿਲਾਫ ਦਿੱਤੀ ਰਿਪੋਰਟ ਅਨੁਸਾਰ ਇਸ ਪਾਸੋਂ 75% ਇੱਕ ਰਿਕਵਰੀ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੁਝਾਰ ਸਿੰਘ ਸੈਕ ਅਕਾਊਂਟੈਂਟ, ਇਹਨਾਂ ਨੂੰ ਤੁਰੰਤ ਸਰਵਿਸ ਤੋਂ ਡਿਸਮਿਸ ਕੀਤਾ ਜਾਂਦਾ ਹੈ ਅਤੇ ਕਾਨੂੰਨੀ ਫੌਜਦਾਰੀ ਕਾਰਵਾਈ ਕੀਤੀ ਜਾਵੇਗੀ। ਸਰਦਾਰ ਅਮਰਜੀਤ ਸਿੰਘ ਸੇਵਾਦਾਰ ਅੰਗੀਠਾ ਸਾਹਿਬ ਗੋਇੰਦਵਾਲ ਸਾਹਿਬ, ਇਹਨਾਂ ਦੀਆਂ ਸੇਵਾਵਾਂ ਤੁਰੰਤ ਖਤਮ ਕੀਤੀਆਂ ਜਾਂਦੀਆਂ ਹਨ। ਸਰਦਾਰ ਪਰਮਜੀਤ ਸਿੰਘ ਜੀ ਇੰਚਾਰਜ, ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਤੇ ਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇੱਕ ਗੁਰਮੁਖ ਸਿੰਘ ਸੁਪਰਵਾਈਜ਼ਰ, ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਅਗਲੀ ਕਾਨੂੰਨੀ ਕਾਰਵਾਈ ਕਰਨ ਦੇ ਲਈ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜਨਰਲ ਸਕੱਤਰ ਸਾਹਿਬ ਦੀ ਅਗਵਾਈ ਵਿੱਚ ਇੱਕ ਸਬ ਕਮੇਟੀ ਬਣਾਈ ਜਾਵੇਗੀ ਜੋ ਸਾਰੇ ਕਾਨੂੰਨੀ ਪੱਖਾਂ ਤੇ ਦੂਜੇ ਪੱਖਾਂ ਨੂੰ ਲੈ ਕੇ ਜਿਹੜਾ ਇਹ ਦੇਖਣਗੇ ਤੇ ਪਰਚੇ ਦਰਜ ਕਰਵਾਉਣਗੇ। ਅਜੇ ਇਸ ਪ੍ਰੈਸ ਕਾਨਫਰੰਸ ਨੂੰ ਸਿੱਖ ਪੰਥ ਭੁੱਲਿਆ ਨਹੀਂ ਸੀ ਤੇ ਇਸ ਵਿੱਚ ਪਾਏ ਮਤੇ ਦੀ ਸਿਆਹੀ ਸੁੱਕੀ ਵੀ ਨਹੀਂ ਸੀ। ਸਿੱਖ ਪੰਥ ਨੇ ਸੁੱਖ ਦਾ ਸਾਹ ਵੀ ਨਹੀਂ ਸੀ ਲਿਆ ਕਿ 9 ਦਿਨਾਂ ਬਾਅਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾੜੇ ਪ੍ਰਬੰਧਕਾਂ ਨੇ ਯੂ ਟਰਨ ਲੈਂਦਿਆਂ ਆਪਣੇ ਪਹਿਲੇ ਮਤੇ ਤੋਂ ਮੁੱਕਰਦਿਆਂ ਮਿਤੀ 5/9/2020 ਨੂੰ ਮਤਾ ਨੰਬਰ 493 ਰਾਹੀਂ ਪਿਛਲੇ ਮਤੇ ਵਿੱਚ ਸ਼ਾਮਲ ਦੋਸ਼ੀਆਂ ਤੇ ਕਾਨੂੰਨੀ ਕਾਰਵਾਈ ਕਰਨ ਤੋਂ ਢਾਲਾ ਵੱਟ ਲਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹਦੇ ਪਿੱਛੇ ਬਹੁਤ ਵੱਡੇ ਮਗਰਮੱਛ ਨੇ। ਇਸ ਦੇ ਵਿਰੋਧ ਵਿੱਚ ਸਤਿਕਾਰਤ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਮਾੜੇ ਪ੍ਰਬੰਧਕਾਂ ਖਿਲਾਫ ਮੋਰਚਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਰੰਭ ਕਰ ਦਿੱਤਾ, ਜਿਸ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਬੜੀ ਸਖਤੀ ਤੇ ਬੇਰਹਿਮੀ ਨਾਲ ਉੱਥੇ ਗੁਰਸਿੱਖ ਤੇ ਬੀਬੀਆਂ ਨੂੰ ਕੁੱਟਮਾਰ ਕਰਕੇ ਮਿਤੀ 24 ਅਕਤੂਬਰ 2020 ਨੂੰ ਖਦੇੜ ਦਿੱਤਾ। ਸਿੰਘਾਂ ਦੇ ਬਹੁਤ ਸੱਟਾਂ ਲੱਗੀਆਂ, ਬੀਬੀਆਂ ਦੀ ਬੇਪਤੀ ਹੋਈ, ਪ੍ਰੈਸ ਵਾਲਿਆਂ ਦੇ ਕੈਮਰੇ ਟੁੱਟੇ। ਅੱਜ ਇਹਨਾਂ ਸਿੰਘਾਂ ਨੂੰ ਕੁੱਟਿਆ, ਅੱਜ ਇਹਨਾਂ ਨੇ ਸਿੰਘਾਂ ਨੂੰ ਮਾਰ ਕੇ ਉਹਨਾਂ ਦੀਆਂ ਲੱਤਾਂ ਬਾਹਰ ਤੋੜਦੀਆਂ। ਸ਼੍ਰੋਮਣੀ ਕਮੇਟੀ ਵਾਲੇ ਨੇ ਕਿੱਥੇ ਆ ਪੰਥ? ਉਹ ਨਿਹੰਗ ਸਿੰਘ ਕਿੱਥੇ ਨੇ? ਮੈਂ ਪੰਥ ਨੂੰ ਪੁਕਾਰ ਕਰਦਾ। ਉਹ ਤੇਰਿਆਂ ਨੇ ਇਹਨਾਂ ਨੇ ਬਹੁਤ ਗਲਤ ਕਰਿਆ, ਕੱਲੇ ਨੇ ਡਾਂਗਾ ਫੇਰੀਆਂ, ਲੱਤਾਂ ਭੰਨੀਆਂ ਨੇ। ਸਾਰਿਆਂ ਨੂੰ ਅੰਦਰ ਜਾਣ ਦਾ ਕੀ ਇਹ ਸ਼੍ਰੋਮਣੀ ਕਮੇਟੀ ਜਵਾਬ ਦੇਵੇ, ਇਹ ਟਾਸਕ ਫੋਰਸ ਜਵਾਬ ਦੇਵੇ। ਅੱਜ ਇਹ ਕੱਲੇ ਨੂੰ ਕੁੱਟ ਕੇ ਭਾਈ ਮੁਸਲ ਦੀਆਂ ਲੱਤਾਂ ਤੋੜੀਆਂ ਨੇ, ਕੁੱਟਿਆ ਡਾਂਗਾ ਨਾਲ। ਭਾਈ ਖੋਸੇ ਨੂੰ ਕੁੱਟਿਆ, ਭਾਈ ਦਿਲਬਾਗ ਸਿੰਘ ਨੂੰ ਕੁੱਟਿਆ, ਭਾਈ ਪਰਮਜੀਤ ਸਿੰਘ ਨੂੰ ਕੁੱਟਿਆ। ਜਿੰਨੇ ਬੀਬੀ ਮਨਜਿੰਦਰ ਕੌਰ, ਉਹ ਬੀਬੀ ਦਾ ਕੀ ਕਸੂਰ ਸੀਗਾ, ਉਹਨੂੰ ਵੀ ਕੁੱਟ ਕੇ ਅੰਦਰ ਲੈ ਗਏ। ਹੁਣ ਦੱਸਣ ਵੀ ਉਹਨਾਂ ਨੂੰ ਕਿੱਥੇ ਰੱਖਿਆ, ਮਾਰ ਖਪਾ ਕੇ ਕੀ ਕਰਦੇ ਨੇ। ਸ਼੍ਰੋਮਣੀ ਕਮੇਟੀ ਨੇ ਸ਼ਾਇਦ ਸੁੱਖ ਦਾ ਸਾਹ ਲਿਆ ਕਿ ਚਲੋ ਹੁਣ ਖੜਾ ਛੁੱਟਾ, ਹੁਣ ਕੋਈ ਵਿਰੋਧ ਕਰਨ ਵਾਲਾ ਨਹੀਂ ਰਿਹਾ। ਪਰ ਕਹਿੰਦੇ ਨੇ ਕਿ ਗੁਰੂ ਕਿਸੇ ਤੇ ਤਾਂ ਮਿਹਰ ਕਰਦਾ ਹੀ ਹੈ। ਇਸ ਗੁਰੂ ਦੀ ਹੋਈ ਬੇਅਦਬੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋਸ਼ੀ ਪ੍ਰਬੰਧਕਾਂ ਨੂੰ ਸਜ਼ਾ ਦਿਵਾਉਣ ਲਈ ਫਿਰ ਸਿੱਖ ਪੰਥ ਦੀ ਇਸ ਮੁੱਦੇ ਤੇ ਅਗਵਾਈ ਲਈ ਅੱਗੇ ਆਇਆ ਸਿੱਖ ਸਦਭਾਵਨਾ ਦਲ ਅਤੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਸੋਹਾਣਾ।
ਜਿਸ ਨੇ ਸਤਿਕਾਰਤ ਕਮੇਟੀਆਂ ਦੇ ਲਾਏ ਮੋਰਚੇ ਦਾ ਹੀ ਪੰਥਕ ਹੋਕਾ ਵਿਰਾਸਤੀ ਗਲੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਿਤੀ 4 ਨਵੰਬਰ 2020 ਨੂੰ ਦੇਣਾ ਆਰੰਭ ਕਰ ਦਿੱਤਾ, ਜੋ ਕਿ ਅੱਜ ਵੀ ਜਾਰੀ ਹੈ ਤੇ ਉਸ ਨੂੰ 1 ਸਾਲ ਵੀ ਬੀਤ ਚੁੱਕਾ ਹੈ। ਇਸ ਪੰਥਕ ਹੋਕੇ ਦੇ ਪ੍ਰਬੰਧਕਾਂ ਨੇ ਕਾਨੂੰਨੀ ਰਾਹ ਵੀ ਅਪਣਾਇਆ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੇਠਲੀ ਅਦਾਲਤ ਵਿੱਚ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਨ ਦੀ ਅਪੀਲ ਕੀਤੀ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪੁਲਿਸ ਨੇ ਆਪਣੀ ਰਿਪੋਰਟ ਵਿੱਚ ਸਾਫ਼-ਸਾਫ਼ ਲਿਖ ਕੇ ਮੰਨਿਆ ਹੈ ਕਿ ਗੁਨਾਹ ਹੋਇਆ ਹੈ, ਪਰ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਇਹ ਸਾਡਾ ਅੰਦਰੂਨੀ ਮਾਮਲਾ ਹੈ, ਇਸ ਲਈ ਪੁਲਿਸ ਇਹ ਮੁਕੱਦਮਾ ਦਰਜ ਨਹੀਂ ਕਰ ਸਕਦੀ। ਇੱਥੇ ਧਿਆਨ ਦੇਣ ਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੀ ਮੰਨਦੀ ਹੈ ਕਿ ਗੁਨਾਹ ਹੋਇਆ ਹੈ ਤੇ ਪੁਲਿਸ ਵੀ ਮੰਨਦੀ ਹੈ। ਪਰ ਮੁਕੱਦਮਾ ਦਰਜ ਕਰਵਾ ਕੇ ਨਿਰਪੱਖ ਜਾਂਚ ਕਰਵਾਉਣ ਨੂੰ ਕੋਈ ਤਿਆਰ ਨਹੀਂ। ਕਿਉਂ? ਹੋਰ ਕਿਹੜੇ ਦੋਸ਼ੀ ਹਨ ਜਿਨ੍ਹਾਂ ਨੂੰ ਲੁਕੋਇਆ ਜਾ ਰਿਹਾ ਹੈ? ਉਹ ਕਿਹੜੇ ਵੱਡੇ ਮਗਰਮੱਛ ਹਨ ਜੋ ਸਾਰੇ ਦੋਸ਼ੀਆਂ ਨੂੰ ਸਿੱਖ ਸੰਗਤ ਸਾਹਮਣੇ ਨੰਗਾ ਨਹੀਂ ਕਰਨਾ ਚਾਹੁੰਦੇ? ਕੀ ਸੱਚਮੁੱਚ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ? ਇਹ ਵੀ ਸ਼ੱਕ ਦੀ ਸੂਈ ਹੈ। ਸਮੁੱਚਾ ਸਿੱਖ ਪੰਥ ਕਿਉਂ ਇਸ ਮੋਰਚੇ ਨੂੰ ਅਹਿਮੀਅਤ ਨਹੀਂ ਦੇ ਰਿਹਾ, ਸਿਵਾਏ ਸਿੱਖ ਸਦਭਾਵਨਾ ਦਲ ਦੇ? ਬਾਕੀ ਸਿੱਖ ਪੰਥ ਚੁੱਪ ਕਿਉਂ ਹੈ? ਕੀ ਇਹ ਜ਼ਿੰਮੇਵਾਰੀ ਸਿਰਫ ਸਿੱਖ ਸਦਭਾਵਨਾ ਦਲ ਦੀ ਹੈ? ਸਿੱਖਾਂ ਦੀ ਘਰ ਵਿੱਚ ਬੈਠ ਕੇ ਤਮਾਸ਼ਾ ਵੇਖਣ ਵਾਲੀ ਆਦਤ ਕਰਕੇ ਹੇਠਲੀ ਅਦਾਲਤ ਨੇ ਮੁਕੱਦਮਾ ਦਰਜ ਕਰਨ ਤੋਂ ਨਾ ਕਰ ਦਿੱਤੀ। ਫਿਰ ਸਿੱਖ ਸਦਭਾਵਨਾ ਦਲ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਅਪੀਲ ਕੀਤੀ ਗਈ। ਜੱਜ ਸਾਹਿਬ ਵੱਲੋਂ ਕੇਸ ਦੀ ਅਹਿਮੀਅਤ ਸਮਝਦਿਆਂ ਪੰਜਾਬ ਸਰਕਾਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪੁਲਿਸ ਨੂੰ ਨੋਟਿਸ ਕੀਤਾ ਗਿਆ, ਜਿਸ ਦਾ ਅਜੇ ਤੱਕ ਕਿਸੇ ਨੇ ਜਵਾਬ ਨਹੀਂ ਦਿੱਤਾ ਤੇ ਅਗਲੀ ਤਰੀਕ 31 ਜਨਵਰੀ 2022 ਹੈ। ਜੇਕਰ ਇਸ ਮਾਮਲੇ ਦੀ ਜਾਂਚ ਸਾਫ਼ ਨੀਅਤ ਨਾਲ ਨਿਰਪੱਖ ਸ਼ਖਸੀਅਤਾਂ ਵੱਲੋਂ ਕੀਤੀ ਜਾਵੇ ਤਾਂ ਹਜ਼ਾਰਾਂ ਪਾਵਨ ਸਰੂਪਾਂ ਦੇ ਚੋਰੀ ਵੇਚੇ ਜਾਣ ਦਾ ਕਪਲਾ ਜੱਗ ਜ਼ਾਹਰ ਹੋ ਸਕਦਾ ਹੈ। ਪਰ ਸਾਡਾ ਅਜੋਕਾ ਸਿੱਖ ਪੰਥ ਇਸ ਗੱਲ ਤੋਂ ਇਹ ਕਹਿ ਕੇ ਟਾਲਾ ਵੱਟ ਜਾਂਦਾ ਹੈ ਕਿ ਆਪੇ ਗੁਰੂ ਵੇਖੇਗਾ। ਜੇ ਅਸੀਂ ਇਸ ਨੀਂਦ ਵਿੱਚੋਂ ਜਾਗਾਂਗੇ ਤਾਂ ਹੀ ਸਾਡੇ ਪੰਥ ਦਾ ਪ੍ਰਚਾਰ ਤੇ ਪ੍ਰਸਾਰ ਹੋਵੇਗਾ, ਨਹੀਂ ਤਾਂ ਅੱਜ ਵਾਂਗ ਹੀ ਅਸੀਂ ਦਿਨ ਦਿਹਾੜੇ ਲੁੱਟੇ ਜਾਵਾਂਗੇ। ਇਸ ਪੰਥਕ ਹੋਕੇ ਨੇ ਉੱਥੇ ਰਹਿੰਦਿਆਂ ਇੱਕ ਸਫਲਤਾ ਸਿੱਖ ਪੰਥ ਲਈ ਜ਼ਰੂਰ ਹਾਸਲ ਕੀਤੀ ਹੈ, ਜੋ ਸੱਚਖੰਡ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗਲਿਆਰੇ ਦੇ ਬਾਹਰ ਨਿਕਲੀ ਵਿਰਾਸਤੀ ਇਮਾਰਤ ਨੂੰ ਕਾਨੂੰਨ ਰਾਹੀਂ ਬਚਾ ਲਿਆ ਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਬਚਾ ਲਿਆ। ਇਸ ਦੀ ਪੂਰੀ ਜਾਣਕਾਰੀ ਅਗਲੇ ਰੜਕ ਦੇ ਬੋਲਾਂ ਵਿੱਚ ਦੇਵਾਂਗੇ। ਤਦ ਤੱਕ ਲਈ ਬਲਵਿੰਦਰ ਸਿੰਘ ਪੜੈਣ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।